Hello students, this is Navdeep Kaur from Raikot Public School, Raikot. We are discussing about plus 2's biology and today's date is 17th August. We have done in our previous video up to polygenic inheritance. Today we will start chromosomal theory of inheritance and we will do up to chromosomes and genes and sex determination. Firstly, we will start chromosomal theory of inheritance. Chromosomal theory of inheritance was proposed by Sutton and Boveri in 1902. It was experimentally proved by Morgan and his colleagues, who also discovered the basis of variations in sexual reproduction. The chromosomal theory of inheritance states that genes are located at specific loci on the chromosomes, it is the chromosomes which segregate and assort independently during meiosis and recombine at the time of fertilization in zygote. With the emergence of this theory, the cytology and genetics converged as cytogenesis. ਇਹਦਾ मीनिंग की है बच्चे? ਮੈਂਡਲ ਨੇ ਇਹ ਚੀਜ਼ ਕਿਹਾ ਸੀ ਕਿ ਜੀਨਸ ਆ ਜਿਹੜੇ ਉਹ ਰਿਸਪੌਂਸੀਬਲ ਹੁੰਦੇ ਆ ਫॉर ਦਾ ਕਰੈਕਟਰਸ। ਸੁਟਨ, ਵੋਵਰੀ ਤੇ ਮੋਰਗਨ ਨੇ ਇਹ ਚੀਜ਼ ਕਲੈਰੀਫਾਈ ਕਰਤੀ ਸੀ ਕਿ ਜੋ ਜੀਨਸ ਨੇ, ਜੀਨਸ ਮੈਨਿਊਟ ਹੈ, ਜੀਨਸ ਫਰਦਰ ਜੋ ਹੈਗਾ ਆ ਪ੍ਰੈਜ਼ੈਂਟ ਹੁੰਦੇ ਆ ਔਨ ਕ੍ਰੋਮੋਸੋਮਸ। ਇੱਕ ਪਰਸਨ ਦੇ ਵਿੱਚ ਇੱਕ ਸਪੀਸ਼ੀ ਦੇ ਵਿੱਚ ਡੈਫੀਨਿਟ ਪੇਅਰ ਆਫ ਕ੍ਰੋਮੋਸੋਮਸ ਹੁੰਦੇ ਆ। ਲਾਈਕ ਇਨ ਹਿਊਮਨਸ 23 ਪੇਅਰਸ ਨੇ, 23 into 2 46 ਕ੍ਰੋਮੋਸੋਮਸ ਪ੍ਰੈਜ਼ੈਂਟ ਹੈ ਟੋਟਲ ਹਿਊਮਨਸ ਦੇ ਵਿੱਚ। ਉਹਨਾਂ 46 ਕ੍ਰੋਮੋਸੋਮਸ ਦੇ ਉੱਪਰ ਨੰਬਰ ਆਫ ਜੀਨਸ ਪ੍ਰੈਜ਼ੈਂਟ ਆ ਜੋ ਆਪਣੇ ਵੇਰੀਅਸ ਕਰੈਕਟਰਸ ਆ ਜਿਹੜੇ ਉਹਨਾਂ ਨੂੰ ਕੰਟਰੋਲ ਕਰਦੇ ਆ। ਇਸ ਥਿਊਰੀ ਦੇ ਵਿੱਚ ਇਹ ਚੀਜ਼ ਫਸਟਲੀ ਉਹਨਾਂ ਨੇ ਕਲੈਰੀਫਾਈ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਉਹ ਕ੍ਰੋਮੋਸੋਮਸ ਹੀ ਆ ਜਿਹੜੇ ਇੱਕ ਜੋ ਹੈਗਾ ਆ ਜੇ ਜੋ ਉਹ ਕ੍ਰੋਮੋਸੋਮਸ ਹੀ ਆ ਜਿਹੜੇ ਡਿਊਰਿੰਗ ਮਿਓਸਿਸ ਸੈਪਰੇਟ ਹੋ ਜਾਂਦੇ ਆ ਅਤੇ ਉਸ ਤੋਂ ਬਾਅਦ 'ਚ ਇੰਡੀਪੈਂਡੈਂਟਲੀ ਅਗਲੀ ਜਨਰੇਸ਼ਨ ਦੇ ਵਿੱਚ ਉਹ ਅਸੌਰਟ ਹੁੰਦੇ ਆ। ਅਤੇ ਜਦੋਂ ਫਰਟੀਲਾਈਜੇਸ਼ਨ ਹੁੰਦੀ ਆ, ਮੇਲ ਅਤੇ ਫੀਮੇਲ ਦੇ 23 ਕ੍ਰੋਮੋਸੋਮਸ ਮੇਲ 'ਚੋਂ ਆਉਂਦੇ ਆ, 23 ਕ੍ਰੋਮੋਸੋਮਸ ਆ ਜਿਹੜੇ ਉਹ ਫੀਮੇਲ 'ਚੋਂ ਆਉਂਦੇ ਅਤੇ ਐਟ ਦਾ ਟਾਈਮ ਆਫ ਫਰਟੀਲਾਈਜੇਸ਼ਨ ਉਹ ਮਿਲ ਕੇ ਬਣ ਜਾਂਦੇ ਆ 46। ਦੋਨੋਂ ਇੱਕ ਦੂਸਰੇ ਦੇ ਨਾਲ ਜੋ ਹੈਗਾ ਆ ਐਟ ਦਾ ਟਾਈਮ ਆਫ ਫਰਟੀਲਾਈਜੇਸ਼ਨ ਦੁਬਾਰਾ ਤੋਂ ਅਸੈਂਬਲ ਹੁੰਦੇ ਆ। ਅਤੇ ਹੁਣ ਜਦੋਂ ਸੈੱਲ ਡਿਵੀਜ਼ਨ ਦਾ ਜੋ ਹੈਗਾ ਰਜੇ ਫਿਨੋਮੀਨਾ ਆ ਉਹ ਜੈਨੇਟਿਕਸ ਦੇ ਵਿੱਚ ਐਡ ਹੋ ਗਿਆ, ਉਹਦੀ ਵਜ੍ਹਾ ਕਰਕੇ ਜੈਨੇਟਿਕਸ ਆ ਜਿਹੜੀ ਉਹਨੂੰ ਕਨਵਰਟ ਕੀਤਾ ਉਹਨਾਂ ਨੇ ਐਜ਼ ਅ ਸਾਈਟੋਜੈਨੇਟਿਕਸ। ਸਾਈਟੋ ਮੀਨਸ ਸੈੱਲ, ਜੈਨੇਟਿਕਸ ਮੀਨਸ ਚੇਂਜਸ ਇਨ ਦਾ genetic material which helpful in the variations in next generation. Next is salient features of chromosomal theory of inheritance. Gametes constitute bridge between one generation and the next generation. The sperm and ova must carry all hereditary traits. ਹੁਣ ਗੈਮੀਟਸ ਨੇ ਜੋ ਸਪਰਮ ਐਂਡ ਓਵਾ ਰਚੇ ਉਹਨਾਂ ਦੇ ਵਿੱਚ ਕੀ ਹੈ, ਉਹ ਬ੍ਰਿਜ ਹੁੰਦੇ ਆ ਇੱਕ ਜਨਰੇਸ਼ਨ ਤੇ ਨੈਕਸਟ ਜਨਰੇਸ਼ਨ ਦੇ ਵਿੱਚ। ਜਿਵੇਂ ਪੇਰੈਂਟਸ ਤੇ ਆਫਸਪ੍ਰਿੰਗਸ ਦੇ ਵਿੱਚ ਬ੍ਰਿਜ ਹੁੰਦੇ ਆ। ਕਿੱਦਾਂ ਹੁੰਦੇ ਆ? ਪੇਰੈਂਟਸ ਤੋਂ ਜੋ ਹੈਗਾ ਹਾਫ ਨੰਬਰ ਆਫ ਕ੍ਰੋਮੋਸੋਮਸ ਆ ਉਹ ਦੋਨੋਂ ਪੇਰੈਂਟਸ ਤੋਂ ਆਉਂਦੇ ਆ ਅਤੇ ਨੈਕਸਟ ਜਨਰੇਸ਼ਨ ਦੇ ਵਿੱਚ ਜਾ ਕੇ ਉਹ ਕੰਬਾਈਨ ਹੋ ਕੇ 46 ਕ੍ਰੋਮੋਸੋਮਸ ਆ ਜਿਹੜੇ ਉਹ 100% ਆ ਉਹ ਫਾਰਮ ਹੋ ਜਾਂਦੇ ਆ। ਅਤੇ ਇਸ ਆਫਸਪ੍ਰਿੰਗ ਦੇ ਵਿੱਚ ਦੋਨੋਂ ਪੇਰੈਂਟਸ ਦਾ ਜੋ ਹੈਗਾ ਆ ਮਿਕਸਚਰ ਹੁੰਦਾ, ਦੋਨੋਂ ਪੇਰੈਂਟਸ ਦੇ ਕਰੈਕਟਰਸ ਆ ਜਿਹੜੇ ਉਹ 50-50% ਪ੍ਰੈਜ਼ੈਂਟ ਹੁੰਦੇ ਆ। Both the sperm and egg contribute equally in the heredity of the offspring. The sperm provides only nuclear part to the zygote. As such, hereditary characters must be carried by nuclear materials. There is fusion of sperm and egg nuclei during fertilization. Sperm ਦਾ nuclear part, nuclear means nucleus ਜਿੱਥੇ present ਹੁੰਦਾ ਉਹੀ zygote ਦੇ ਵਿੱਚ ਪ੍ਰੈਜ਼ੈਂਟ ਹੁੰਦਾ ਆ। ਐਗ ਦਾ ਜਿਹੜਾ ਹੈਗਾ ਰਜੇ ਪ੍ਰੋਪਰ ਸੈੱਲ ਪਾਰਟ ਆ ਉਹ ਪੂਰਾ ਪ੍ਰੈਜ਼ੈਂਟ ਹੁੰਦਾ।
बट जो क्रोमोसोम्स ने, जो जीन्स ने ਜਾਂ ਕਰੈਕਟਰਸ ਨੇ, ਇਨਫੋਰਮੇਸ਼ਨ ਹੈ, ਜੈਨੇਟਿਕ ਮਟੀਰੀਅਲ ਆ, ਉਹ ਸਿਰਫ ਨਿਊਕਲੀਅਸ ਦੇ ਵਿੱਚ ਹੀ ਹੁੰਦਾ, ਇਸ ਲਈ ਦੋਨੋਂ ਪੇਰੈਂਟਸ ਦਾ 50-50% ਹੁੰਦਾ। ਨਿਊਕਲੀਅਸ ਕੰਟੇਨਸ ਕ੍ਰੋਮੋਸੋਮਸ, ਦੇਅਰਫੋਰ ਕ੍ਰੋਮੋਸੋਮਸ ਮਸਟ ਕੈਰੀ ਹੈਰੀਡਿਟਰੀ ਟ੍ਰੇਟਸ। ਨਿਊਕਲੀਅਸ ਦੇ ਵਿੱਚ ਆਪਾਂ +1 ਦੇ ਵਿੱਚ ਡਿਸਕਸ ਕੀਤਾ ਹੈ ਕਿ ਨਿਊਕਲੀਅਸ ਦੇ ਵਿੱਚ ਕ੍ਰੋਮੈਟਿਨ ਮਟੀਰੀਅਲ ਪ੍ਰੈਜ਼ੈਂਟ ਹੁੰਦਾ, ਕ੍ਰੋਮੋਸੋਮਸ ਪ੍ਰੈਜ਼ੈਂਟ ਹੁੰਦੇ ਨੇ ਜਿਹੜੇ ਕਿ ਐਟ ਦਾ ਟਾਈਮ ਆਫ ਸੈਲ ਡਿਵੀਜ਼ਨ ਸੈਪਰੇਟ ਹੁੰਦੇ ਆ। ਸੋ ਕ੍ਰੋਮੋਸੋਮਸ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਆ, ਸੋ ਵੀ ਕੈਨ ਸੇ ਕਿ ਜੋ ਹੈਰੀਡਿਟਰੀ ਮਟੀਰੀਅਲ ਆ ਜਿਹੜਾ ਉਹ ਕ੍ਰੋਮੋਸੋਮਸ ਆ ਜਿਹੜੇ ਕੈਰੀ ਕਰਦੇ ਆ। ਈਚ ਕ੍ਰੋਮੋਸੋਮ or chromosomal pair has a definite role in development of an individual. Loss of a complete or part of the chromosome provides structural and functional deficiency in the organism. हर एक क्रोमोसोम है जोड़ा ਉਹਦਾ अपना डेफिनेट रोल ਹੁੰਦਾ। अगर क्रोमोसोम का कुछ पार्ट ਜਾਂ पूरी ਦਾ पूरा क्रोमोसोम है ਜਿਹੜਾ रजे ਉਹ डिलीट हो ਜਾਂਦਾ है, ਉਹਦੇ ਨਾਲ ਐਬਨੋਰਮੈਲਿਟੀ ਆ ਜਾਂਦੀ ਆ ਉਸ ਆਰਗੇਨਿਜ਼ਮ ਦੇ ਸਟਰਕਚਰ ਤੇ, ਉਸ ਆਰਗੇਨਿਜ਼ਮ ਦੇ ਜਿਹੜੇ ਟ੍ਰੇਟਸ ਨੇ, ਕਰੈਕਟਰਸ ਦੇ ਲਈ ਉਹ ਕ੍ਰੋਮੋਸੋਮ ਰਿਸਪੌਂਸੀਬਲ ਹੁੰਦਾ ਉਹਨਾਂ ਚੀਜ਼ਾਂ ਦੇ ਵਿੱਚ। ਲਾਈਕ ਦ ਹੈਰੀਡਿਟਰੀ ਟ੍ਰੇਟਸ ਦ ਕ੍ਰੋਮੋਸੋਮਸ ਰਿਟੇਨ ਦੇਅਰ ਨੰਬਰ, ਸਟਰਕਚਰ ਐਂਡ individuality throughout the life of an organism and form generation to generation. The two neither get lost or mixed up, they behave as units. ਹੁਣ यूनिट्स की तरह ही बिहेव करते हैं रजे। टोटल 23 पेयर्स ने, मीनस 46 क्रोमोसोम्स ने। ਹੁਣ 23 मेल ਵੱਲੋਂ ਆਉਂਦੇ ਆ, 23 ਹੈ ਜਿਹੜੇ ਉਹ ਫੀਮੇਲ ਵੱਲੋਂ ਆਉਂਦੇ ਆ। ਉਹ ਅਲੱਗ-ਅਲੱਗ ਹੀ ਅੱਗੇ ਸੈਗਰੀਗੇਟ ਹੁੰਦੇ ਨੇ, ਇਹ ਨਹੀਂ ਹੈ ਕਿ ਉਹ ਦੋ ਕ੍ਰੋਮੋਸੋਮਸ ਆ ਜਿਹੜੇ ਉਹ ਆਪਸ ਦੇ ਵਿੱਚ ਮਿਕਸ ਹੋ ਜਾਣਗੇ। both chromosomes as well as genes occur in pairs in the somatic or diploid cells. जीन्स पेयर्स ਦੇ ਵਿੱਚ ਹੁੰਦੇ ਆ, ਇਹ ਤਾਂ ਮੈਂਡਲ ਨੇ ਡਿਸਕਸ ਕੀਤਾ ਸੀ ਰਜੇ। ਹੁਣ ਕ੍ਰੋਮੋਸੋਮਸ ਵੀ ਪੇਅਰਸ ਦੇ ਵਿੱਚ ਹੁੰਦੇ ਨੇ, ਇਹ ਚੀਜ਼ ਆ ਜਿਹੜੀ ਬੋਵਰੀ, ਸੂਟਨ ਤੇ ਮੋਰਗਨ ਨੇ ਪ੍ਰੋਪਰਲੀ ਸ਼ੋ ਕੀਤੀ ਸੀ। The gamete contains only one chromosome of a type and only one of the two alleles of a character. ਜਿਹੜਾ ਗੈਮੀਟ ਹੈ ਰਜੇ, ਗੈਮੀਟ ਦੇ ਵਿੱਚ ਇੱਕ ਕ੍ਰੋਮੋਸੋਮ ਆਉਂਦਾ, ਉਹਦੇ ਅਕੋਰਡਿੰਗਲੀ ਜੀਨਸ ਦਾ ਤੇ ਅਲੀਲਸ ਦਾ ਨੰਬਰ ਵੀ ਹਾਫ ਹੋ ਜਾਂਦਾ। The paired condition of both chromosomes as well as genes is restored during fertilization. ਹੁਣ ਇੱਥੇ ਜਦੋਂ ਗੈਮੀਟ ਫਾਰਮ ਹੁੰਦਾ ਉਦੋਂ ਹੈਪਲੋਇਡ ਕੰਡੀਸ਼ਨ ਆ ਜਾਂਦੀ ਹੈ। ਪੇਅਰਸ ਤੋਂ ਇਕੱਲੇ 23 ਰਹਿ ਜਾਂਦੇ ਆ ਨੰਬਰ ਦੇ ਵਿੱਚ, 46 ਤੋਂ ਹਾਫ ਹੋ ਗਏ, 23 ਰਹਿ ਗਏ। ਫੀਮੇਲ ਦੇ ਵਿੱਚ ਵੀ 46 ਤੋਂ ਹਾਫ ਹੋ ਗਏ, 23 ਰਹਿ ਗਏ। ਅਤੇ ਜੋ ਡਾਈਪਲਾਇਡ ਕੰਡੀਸ਼ਨ ਆ, ਪੇਅਰਡ ਕੰਡੀਸ਼ਨ ਆ, ਉਹ ਅੱਗੇ ਨੈਕਸਟ ਜਨਰੇਸ਼ਨ ਦੇ ਵਿੱਚ ਫਰਟੀਲਾਈਜੇਸ਼ਨ ਦੇ ਡਿਊਰਿੰਗ ਆ ਜਿਹੜੀ ਉਹ ਫਾਰਮ ਹੋ ਜਾਂਦੀ ਹੈ ਦੁਬਾਰਾ ਤੋਂ। 23 + 23 46। ਜੈਨੇਟਿਕ homogeneity and heterogeneity, dominance and recessiveness can be suggested by chromosomal type and behavior. Genetic homogeneity and heterogeneity, dominance and recessiveness, ਹੁਣ ਉਹ ਕੀ ਹੈ ਰਜੇ, ਕ੍ਰੋਮੋਸੋਮਲ ਟਾਈਪ ਤੇ ਬਿਹੇਵੀਅਰ ਦੇ ਅਕੋਰਡਿੰਗਲੀ ਦੱਸਿਆ ਜਾ ਸਕਦਾ। ਜਿਵੇਂ ਜੇ ਆਪਾਂ ਜੋ ਹੈਗਾ ਆ ਫੀਨੋਟਿਪਿਕ ਜੋ ਐਕਸਪ੍ਰੈਸ਼ਨਸ ਦੇਖਦੇ ਹਾਂ ਆਪਾਂ ਕਿ ਟੌਲ ਲਈ ਤੇ ਡਵਾਰਫ ਲਈ ਆਪਾਂ ਇਹ ਦੋ ਜੀਨਸ ਲੈਂਦੇ ਹਾਂ, ਠੀਕ ਹੈ। ਨੈਕਸਟ ਜਨਰੇਸ਼ਨ ਆ ਜਿਹੜੀ ਉਹਦੇ ਵਿੱਚ ਆਹ ਚੀਜ਼ ਆ ਜਿਹੜੀ ਉਹ ਫਾਰਮ ਹੁੰਦੀ ਆ। ਹੁਣ ਇਹ ਦੋਨੋਂ ਆ ਜਿਹੜੇ ਉਹਨਾਂ ਨੂੰ ਆਪਾਂ ਕ੍ਰੋਮੋਸੋਮਸ ਦਾ ਸਟਰਕਚਰ ਸਟੱਡੀ ਕਰਕੇ ਦੱਸ ਸਕਦੇ ਆ ਕਿ ਕ੍ਰੋਮੋਸੋਮ ਦੇ ਉੱਪਰ ਡੋਮੀਨੈਂਟ ਜੀਨਸ ਪ੍ਰੈਜ਼ੈਂਟ ਹੈ ਜਾਂ ਰਿਸੈਸਿਵ ਜੀਨਸ ਪ੍ਰੈਜ਼ੈਂਟ ਆ, ਅਤੇ ਉਹਦੇ ਬੇਸ 'ਤੇ ਆਪਾਂ ਜੋ ਆਫਸਪ੍ਰਿੰਗ ਫਾਰਮ ਹੁੰਦਾ ਉਹਦੇ ਬਾਰੇ ਦੱਸ ਸਕਦੇ ਹਾਂ ਕ੍ਰੋਮੋਸੋਮਸ ਦਾ ਸਟਰਕਚਰ ਸਟੱਡੀ ਕਰਕੇ ਕਿ ਕ੍ਰੋਮੋਸੋਮ ਆ ਜਿਹੜੇ ਉਸ ਆਫਸਪ੍ਰਿੰਗ ਦੇ ਵਿੱਚ ਹੈਟੀਰੋਜੀਨਸ ਨੇ, ਮੀਨਸ ਸੇਮ ਟਾਈਪ ਡਿਫਰੈਂਟ ਟਾਈਪ ਦੇ ਨੇ, ਜਾਂ ਹੋਮੋਜੀਨਸ ਆ, ਸੇਮ ਟਾਈਪ ਦੇ ਪ੍ਰੈਜ਼ੈਂਟ ਹੈ। ਸੇਮ ਟਾਈਪ ਦੇ ਤਾਂ ਕਿਹੜੇ ਨੇ, ਰਿਸੈਸਿਵ ਨੇ ਜਾਂ ਡੋਮੀਨੈਂਟ ਨੇ। Homologous chromosomes synapse during meiosis and segregate independently into different cells, which establishes the quantitative basis for segregation and independent assortment of hereditary factors. ਹੁਣ ਇਹਦਾ ਮੀਨਿੰਗ ਕੀ ਹੈ ਰਜੇ, ਕ੍ਰੋਮੋਸੋਮਸ ਆ ਜਿਹੜੇ ਸਾਈਨੈਪ ਦਾ ਮੀਨਿੰਗ ਕੀ ਹੁੰਦਾ, ਹੋਮੋਲੋਗ ਹੁੰਦੇ ਆ ਰਜੇ। ਜਿਵੇਂ ਹੁਣ ਦੋ ਪੇਅਰਸ ਨੇ, ਦੋ ਜਿਹੜੇ ਕਰੈਕਟਰਸ ਨੇ, ਪੇਅਰਸ ਦੇ ਵਿੱਚ ਕ੍ਰੋਮੋਸੋਮਸ ਪ੍ਰੈਜ਼ੈਂਟ ਆ, ਸੇਮ ਟਾਈਪ ਦੇ ਕ੍ਰੋਮੋਸੋਮਸ ਆ ਜਿਹੜੇ ਉਹ
इस तरह प्रैजेंट ने, इन्हों आप बोलते हैं होमोलोगस, जिन्हों का स्ट्रक्चर है जोड़ा बिल्कुल सेम होएगा। ठीक है, हम जो क्रॉसिंग ओवर होंगी है रजे उस टाइम ते की है मियोसिस दे विच पढ़िया आप साइनैप्सिस। इन्हां होमोलोगस सेम स्ट्रक्चर वाले क्रोमोसोम्स का कुछ पार्ट आ जिहड़ा आपस दे विच इंटरचेंज हो जाता है। इंटरचेंज हो के फिर तो अलग जदों इंटरचेंज हो गया, जिमें आ वाली जिहड़ी हैगी आ आम आ वो इस क्रोमोसोम कोल चल जाएगी, आ वाली आम है जिहड़ी आ वाली वो इस क्रोमोसोम कोल आ जाएगी। ये फिर तो सैपरेट हो जाते हैं, तो सैपरेट होके अलग अलग नवे बने क्रोमोसोम्स आ जिहड़े सपोज इहदी आम है तो इधर आ वाली सॉरी इस क्रोमोसोम दी दोनों इधर वाली आर्म्स ने ते पहले क्रोमोसोम दी दोनों इधर वाली आर्म्स ने, ये न्यू फॉर्म हुई ने। ठीक है, ये कोल इस क्रोमोसोम का पार्ट चलिया गया तो ये कोल इधर वाले क्रोमोसोम का पार्ट आ गया। हुण ये जो साइनैप होंदी है मटीरियल इंटरचेंज हो गया, फिर ये नैक्सट जनरेशन दे विच पास ऑन हो जाती है। इन मैनी ऑर्गेनिजम्स sex of an individual is determined by specific chromosomes called sex chromosomes, like in human beings. Females ਦੇ ਵਿੱਚ XX type ਹੁੰਦੀ ਹੈ ਤੇ ਮੇਲਸ ਦੇ ਵਿੱਚ XY type ਹੁੰਦੀ ਹੈ। ਠੀਕ ਹੈ, ਸਪੈਸ਼ਲ ਟਾਈਪ ਦੇ ਕ੍ਰੋਮੋਸੋਮਸ ਪ੍ਰੈਜ਼ੈਂਟ ਹੁੰਦੇ ਜਿਨ੍ਹਾਂ ਨੂੰ ਆਪਾਂ ਸੈਕਸ ਕ੍ਰੋਮੋਸੋਮਸ ਕਹਿੰਦੇ ਆ। ਉਹਨਾਂ ਕ੍ਰੋਮੋਸੋਮਸ ਦੇ ਪ੍ਰੈਜ਼ੈਂਸ ਦੇ ਬੇਸ ਤੇ ਆਪਾਂ ਦੱਸ ਸਕਦੇ ਕਿ ਆਰਗੇਨਿਜ਼ਮ ਮੇਲ ਹੈ ਔਰ ਫੀਮੇਲ ਹੈ। ਈਵਨ ਇਨ ਜੋ ਫਿਟਸ ਕੰਡੀਸ਼ਨ ਆ ਉਹਦੇ ਵਿੱਚ ਵੀ ਆਪਾਂ ਦੱਸ ਸਕਦੇ ਹਾਂ। ਨੈਕਸਟ ਰਜੇ ਜੀਨਸ ਐਂਡ ਕ੍ਰੋਮੋਸੋਮਸ। both genes and chromosomes are transferred from generation to generation without any change, कोई चेंज नहीं आती इन्हां दे विच। सैकेंड वन है डाइप्लॉइड क्रोमोसोम्स। इन डाइप्लॉइड cells chromosomes occur in homologous pairs. Genes also occur in allelic pairs. One number of pair is obtained from maternal parent and other from paternal parent. Maternal means mother, paternal means father. जीन है रजे एक जीन है जिहड़ा सॉरी टू जीन्स आ जिहड़े एक करैक्टर नूं कंट्रोल कर रहे हैं। ठीक है, इक्वल टू की है 4 एलील्स। इन्हां 4 एलील्स दे विचों 2 मदर वालों आउंदे ने ते 2 जिहड़े आ वो फादर वालों आउंदे आ। मीनस की है जे अगर क्रोमोसोम्स पेयर्स दे विच है तां जीन्स भी पेयर्स दे विच ही प्रेजेंट हुंदे आ। Prior to cell division, both chromosomes and an allele of a gene get replicated. During mitosis, the replicated chromosome and replicated allele split, which pass into 2 daughter cells. The process of replication and distribution maintains similarity in the genetic composition of cells of a multicellular organism. Mitosis ਦੀ ਗੱਲ ਕਰ ਰਹੇ ਹਾਂ ਬੱਚੇ ਆਪਾਂ। ਮਾਈਟੋਸਿਸ ਦੇ ਵਿੱਚ ਕੀ ਹੁੰਦਾ ਆਪਾਂ ਪੜ੍ਹਿਆ ਸੀ ਕਿ ਮਾਈਟੋਸਿਸ ਨੂੰ ਆਪਾਂ ਇਕੁਏਸ਼ਨਲ ਡਿਵੀਜ਼ਨ ਵੀ ਕਹਿੰਦੇ ਕਿਉਂਕਿ ਉਹਦੇ ਵਿੱਚ ਕ੍ਰੋਮੋਸੋਮਲ ਨੰਬਰ ਆ ਜਿਹੜਾ ਡਾਟਰ ਸੈਲਸ ਦੇ ਵਿੱਚ ਵੀ ਉਹ ਸੇਮ ਰਹਿੰਦਾ। ਹੁਣ ਸਪੋਜ਼ ਆਪਣੇ ਵਿੱਚ 46 ਕ੍ਰੋਮੋਸੋਮਸ ਆ, ਆਪਣੇ ਇੱਕ ਸੈੱਲ ਦੇ ਨਿਊਕਲੀਅਸ ਦੇ ਵਿੱਚ 46 ਕ੍ਰੋਮੋਸੋਮਸ ਪ੍ਰੈਜ਼ੈਂਟ ਹੈ। ਮਾਈਟੋਸਿਸ ਹੋਣੀ ਹੈ ਤਾਂ ਅੱਗੇ ਸੈਲਸ ਦੇ ਵਿੱਚ ਵੀ 46 ਕ੍ਰੋਮੋਸੋਮਸ ਜਾਣਗੇ। ਉਹ 46 ਕ੍ਰੋਮੋਸੋਮਸ ਇੱਕ ਸੈੱਲ ਦੇ ਵਿੱਚ ਤਾਂ ਪੇਰੈਂਟ ਵਾਲੇ ਮੰਨ ਲਓ ਆ ਗਏ, ਦੂਸਰੇ ਸੈੱਲ ਦੇ ਵਿੱਚ ਕਿੱਥੋਂ ਆਉਣਗੇ क्योंकि एक सैल ने फर्दर 2 सैल्स के विच डिवाइड होना। रैप्लीकेशन का मीनिंग की है कि जिहड़े क्रोमोसोम्स प्रैजेंट आ जां जीन्स प्रैजेंट आ उन्होंने अपनियां एग्जैक्ट कॉपीज़ आ नवीं वो फॉर्म कर लैणियां ते वो जिहड़ियां नवीं कॉपीज़ फॉर्म हुई एक जो पेरेंटल है वो एक सैल दे विच चला जाएगा तो जो कॉपी फॉर्म हुई है दूसरे सैल दे विच चला जाएगा। क्रोमोसोम्स का जो नंबर आ जिहड़ा सेम रहिंदा है। बोथ सैग्रीगेट ड्यूरिंग गैमीट फॉर्मेशन so that a gamete receives only 1 chromosome and 1 allele of each parent. ਹੁਣ जो माइटोसिस है रजे माइटोसिस का नॉर्मली जो रिस्पॉन्सिबल होंगी है फॉर ग्रोथ ऑफ द बॉडी इन मल्टीसैलर ऑर्गेनिजम्स। ठीक है, तो जो मियोसिस है मियोसिस है जो हैगी है वो रिस्पॉन्सिबल होंगी है फॉर रिप्रोडक्शन। मियोसिस सिर्फ गैमीट फॉर्मेशन के ड्यूरिंग ही होंगी है तो गैमीट फॉर्मेशन के ड्यूरिंग जो मियोसिस होंगी है मियोसिस ਨੂੰ ਆਪਾਂ रिडक्शनल डिवीजन भी कहते हैं क्योंकि क्रोमोसोमल नंबर आ जिहड़ा
हाफ हो जाता है। ठीक है, जो हाफ होया तो गैमीट आ जिहड़ा जो गैमीट फॉर्म होया मियोसिस दे विच भी एक सैल तो 2 सैल बनते हैं। अगर इत्थे 46 है तो इधर 23 रह जाने क्रोमोसोम्स। मीनस एक गैमीट दे विच जो हैगा पेयर्स दे विचों एक क्रोमोसोम आ जिहड़ा वो सेम एक जिहड़ा हैगा आ एलीलिक फॉर्म आ वो इत्थे अगे डिवाइड होकर ट्रांसफर हो रही है। फ्यूजन ऑफ 2 हैप्लॉइड गैमीट्स रीस्टोर द डाइप्लॉइड क्रोमोसोमल नंबर एंड एलीलिक पेयर्स इन द ऑफस्प्रिंग्स। फ्यूजन हुई फिर तो जो नंबर है वो मेनटेन हो जाता 23 + 23 46 हो जाएगा। बोथ क्रोमोसोम्स एंड एलील्स फॉलो लॉ ऑफ सेग्रीगेशन एंड लॉ शो also show law of independent assortment. These both laws we have discussed earlier. नेक्स्ट टॉपिक है बच्चे सेक्स डिटर्मिनेशन। इन योर सिलेबस देयर इज सेक्स डिटर्मिनेशन इन ह्यूमन बींग्स, बर्ड्स एंड हनी बी। दीज थ्री there are the chromosomes of these three. This is honeybee and this is in birds. Here they have taken the example of fowl. क्लीयरली शो हो रहा रजे हनी बी दे विच जो हैगा वा सेम टाइप के सैक्शुअल जो हैगे ने रजे क्रोमोसोम्स प्रेजेंट होंदे आ जो ह्यूमन बींग्स दे विच होंदे आ। XX इन फीमेल, XY इन मेल, XY इन मेल एंड XX इन फीमेल इन हनी बी। बट there is some, sorry, this is Drosophila, this is not honeybee. But in birds there is quite difference. Females are heterogametic and males are homogametic, or in males homozygous condition is present and in females heterozygous condition is present. Now how can we determine this is the sex determination in honeybee. फीमेल हनी बी दे विच 32 क्रोमोसोम्स होंदे रजे, मेल हनी बी दे विच 16 क्रोमोसोम्स होंदे आ। क्रोमोसोम्स इत्थे माइटोसिस ही हुंदी है मेल्स दे विच, ठीक है, ते फीमेल्स दे विच मियोसिस भी हुंदी है। हनी बीज दे विच पार्थिनोजेनेसिस हुंदी है जो आपां फर्स्ट चैप्टर दे विच डिस्कस कीती सी। पार्थिनोजेनेसिस मीनस वर्जन बर्थ। अगर फर्टिलाइजेशन नहीं हो रही, जो एग्स ने वो डायरैक्टली डेवलप हो जाते इनटू मेल्स, जिहदे नाल की है क्रोमोसोमल नंबर आ जिहड़ा वो हाफ ही रह जाता फीमेल्स के नालों 32। मीनस की है अगर किसी हनी बी दे किसी इंडिविजुअल दे विच 16 क्रोमोसोम्स होणगे तो मेल होएगा, अगर 32 क्रोमोसोम्स होणगे तो वो फीमेल होएगी। ह्यूमनस दे विच ते बर्ड्स दे विच आपां जो हैगा रजे सैक्स डिटर्मिनेशन कितना कर सकते हो। मेल फीमेल अपने विच टोटल क्रोमोसोम्स किन्ने 44 + XY 44 + XX, क्योंकि अपने विच 46 क्रोमोसोम्स ने 44 45 46 टोटल हो गए, ठीक है। हुण जो गैमीट्स फॉर्म होने रजे इधर गैमीट्स ने जिहड़े 2 टाइप के फॉर्म होणगे, एक आ जाएगा 22 + X, ठीक है, एक गैमीट फॉर्म हो सकता है 22 + Y, ठीक है। फीमेल दे विच
सेम टाइप के गैमीट्स ही फॉर्म होणगे 22 प्लस एक्स, क्योंकि फीमेल दे विच ओनली एक्स क्रोमोसोम ही है, ठीक है। 22 प्लस एक्स। हम ड्यूरिंग फर्टिलाइजेशन रचे इत्थे हो गई है मियोसिस दोनों दे विच, मियोसिस। हम ये जो हैगा रचे अगर फीमेल वालों भी एक्स आ रहा तो मेल वालों भी एक्स आ रहा तो इत्थे की फॉर्म हो जाएगा 44 प्लस एक्स एक्स। मीनस अगर मेल वालों एक्स आ रहा तो जो ग्रोइंग ऑफस्प्रिंग है वो की होएगा फीमेल। अगर मेल वालों वाई आ रहा 44 प्लस एक्स वाई, इत्थे की आ जाएगा ग्रोइंग ऑफस्प्रिंग मेल। सिमिलर कंडीशन इधर फॉर्म होएगी, ठीक है। फोर्टी फोर प्लस एक्स वाई, 44 प्लस एक्स एक्स फीमेल ते आ जाएगा मेल। क्लीयर। इस तरह नाल आपां सैक्स डिटर्मिनेशन कर सकते हैं ह्यूमनस दे विच। ते इस क्रॉस तो क्लीयरली शो होंदा रहे कि जो सैक्स है ग्रोइंग ऑफस्प्रिंग्स आ उहदे लई मेल रिस्पोंसिबल होंदा है, ना कि फीमेल। बट इन आवर सोसाइटी की किया जाता है कि फीमेल्स आ जिहड़ियां वो रिस्पोंसिबल होंदियां फॉर द सैक्स ऑफ द ऑफस्प्रिंग्स। फीमेल्स नूं ब्लेम किया जाता है। अगर तुहानूं क्वेश्चन आंदा है कि जो हैगा रचे साइंटिफिकली शो करो कि फीमेल्स रिस्पोंसिबल नहीं है सैक्स के लिए ग्रोइंग ऑफस्प्रिंग्स सॉरी न्यू ऑफस्प्रिंग्स के लिए, दैन यू कैन make this cross, you can draw this cross and you can explain this cross according to the scientific facts. It is in human beings, ठीक है। सेकेंड है इन बर्ड्स। बर्ड्स दे विच रचे कंडीशन है जिहड़ी होमोजाइगोसिटी वाली वो है मेल्स दे विच Z Z आ जाएगा, ठीक है। इत्थे आ जाएगा ZW। क्लियर। इत्थे आपां लिखांगे ए प्लस। इन्हां दे क्रोमोसोम्स आ जिहड़े वो वेरी करते हैं रजे अकॉर्डिंग टू द स्पीशीज़, ठीक है। इत्थे आपां नूं पता ह्यूमनस के क्रोमोसोम्स किन्ने, इस करके आपां 44 22 लए, ठीक है। बट इत्थे आपां नूं पता नहीं क्योंकि हर एक जो हैगा बर्ड आ अकॉर्डिंग टू द स्पीशीज़ उन्हां दे क्रोमोसोमल नंबर आ जिहड़ा वो चेंज हुंदा। सो उहदी जगह आपां इत्थे लिख लिया ए। हुण इत्थों फरदर रजे जो हैगा सेम टाइप के गैमीट्स ही फॉर्म होणगे। ये याद रखना बर्ड्स के विच ह्यूमनस के नालों ओपोजिट कंडीशन होंदी है। ए प्लस Z क्लियर। तो इधर की आ जाएगा A प्लस Z कॉमा A प्लस W, ठीक है। A प्लस Z A प्लस Z A प्लस Z W A प्लस Z W। ये दोनों की आ गए फीमेल, तो ये दोनों आ गए मेल। अगर होमोजाइगस कंडीशन होएगी बर्ड्स दे विच Z जो हैगा आ क्रोमोसोम्स आ जिहड़ी होमोजाइगस क्रोमोसोम्स प्रेजेंट होंगे, दैन ऑफस्प्रिंग की होएगा मेल। अगर हेटेरोजाइगस होएगा तो ऑफस्प्रिंग की होएगा फीमेल। क्लियर।
एंड हनी बी दे विच की है रजे, अगर 32 क्रोमोसोम्स प्रेजेंट होणगे तां ऑफस्प्रिंग की होएगा फीमेल, अगर 16 क्रोमोसोम्स होणगे तां ऑफस्प्रिंग की होएगा मेल, क्योंकि मेल्स आ जिहड़े वो पारथीनोजेनेसिस के थ्रू प्रोड्यूस्ड होंदे विदाउट फर्टिलाइजेशन। हुण इत्थे ये भी क्रॉस तुहानूं बना के दिखा रहे हैं रजे, फीमेल मेल ले रहे हैं 32 क्रोमोसोम्स, शॉर्ट फॉर्म लिख रही है रजे में, इत्थे है 16 क्रोमोसोम्स, ठीक है। इत्थे मियोसिस हुई, मियोसिस होके 16 क्रोमोसोम्स आ गए, तो इत्थे होएगी सिर्फ माइटोसिस कि 16 तो क्रोमोसोम नंबर आ जिहड़ा वो रिड्यूस नहीं हो सकता, मेल्स गैमीट्स फॉर्म 16 आ गए, ठीक है। हुण एक 16 वाला जिहड़ा उहदे तो हुंदी है पारथीनोजेनेसिस, इत्थे आ गया 16 वाला मेल प्रोड्यूस हो गया, तो एक 60 मेल आ जिहड़ा वो फीमेल दे नाल फर्टिलाइज हो रहा, 32 क्रोमोसोम्स आ गई फीमेल, ठीक है, आ गई fertilization, clear? This is in honey bees, clear? This is sex determination. For today up to this only बच्चे, thank you, have a nice day.